ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਸ਼ਨ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲਬੇਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਬੱਦਲਵਾਈ ਰਹੀ ਹੈ। ਗਰਮੀ ਬਹੁਤੀ ਤਿੱਖੀ ਨਹੀਂ ਸੀ, ਧੁੱਪ ਬਹੁਤੀ ਤਿੱਖੀ ਨਹੀਂ ਚੜੀ, ਪਰ ਇਹ ਹੈ ਵੀ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਧੂੜ ਭਰੀ ਹਨੇਰੀ ਚੱਲੀ ਹੈ, ਜਿਹਦੇ ਕਰਕੇ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਕਣੀਆਂ ਪੈ ਸਕਦੀਆਂ। ਜੇਕਰ ਕਣੀਆਂ ਪੈ ਗਈਆਂ, ਪੰਜਾਬ ਦਾ ਮੌਸਮ ਹੋ ਸਕਦਾ ਹੋਰ ਠੀਕ ਹੋ ਜੇ, ਪਰ ਪੰਜਾਬ ਦੇ ਵਿੱਚ ਪਿਛਲੇ ਕਈ ਦਿਨ ਲਗਾਤਾਰ ਤਿੱਖੀ ਧੁੱਪ ਨਿਕਲੀ ਹੈ, ਗਰਮੀ ਨੇ ਵੱਟ ਕੱਢੀ ਰੱਖੇ ਆ। ਪਰ ਲੰਘੇ ਕੱਲ੍ਹ ਪੰਜਾਬ ਦੇ ਵਿੱਚ ਜਿਹੜੀ ਧੂੜ ਭਰੀ ਹਨੇਰੀ ਚੱਲੀ ਹੈ, ਤੇਜ਼ ਹਵਾ ਪੰਜਾਬ ਦੇ ਹਰ ਹਿੱਸੇ ਦੇ ਵਿੱਚ ਚੱਲੀ ਹੈ, ਉਹਦੇ ਕਰਕੇ ਵਕਤੀ ਤੌਰ ਦੇ ਉੱਤੇ ਆਰਜੀ ਤੌਰ ਦੇ ਉੱਤੇ ਤਾਪਮਾਨ ਦੇ ਵਿੱਚ ਗਿਰਾਵਟ ਆਈ ਹੈ 5 ਤੋਂ ਲੈ ਕੇ 6 ਡਿਗਰੀ ਤੱਕ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਦੁਖਦਾਈ, ਉਹ ਹੈਗੀ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਨਾਲ ਸੰਬੰਧਿਤ। ਆਪਾਂ ਜਾਣਦੇ ਕਿ ਅੱਜ ਸਿੱਧੂ ਮੂਸੇਵਾਲਾ ਦਾ ਸੰਸਕਾਰ ਕਰ ਦਿੱਤਾ ਜਾਣਾ। ਹੋ ਸਕਦਾ YouTube ਤੇ ਬਾਕੀ ਮਾਧਿਅਮਾਂ ਦੇ ਉੱਤੇ ਦਰਸ਼ਕ ਬਾਅਦ ਦੇ ਵਿੱਚ ਵੀ ਪ੍ਰੋਗਰਾਮ ਦੇਖਣ ਜਦੋਂ ਤੱਕ ਸੰਸਕਾਰ ਹੋ ਗਿਆ ਹੋਵੇ, ਪਰ ਹੈ ਇਹ ਬਹੁਤ ਕਹਿਰ ਦੀ ਖਬਰ। ਤੁਹਾਡੇ ਕਿਸੇ ਨਾਲ ਵਿਚਾਰਧਾਰਕ ਮਤਭੇਦ ਹੋ ਸਕਦੇ ਆ, ਤੁਸੀਂ ਕਿਸੇ ਦੇ ਵਿਚਾਰਾਂ ਤੋਂ ਬਿਲਕੁਲ ਵੱਖਰੇ ਵਿਚਾਰ ਰੱਖ ਸਕਦੇ ਆ, ਜਿਵੇਂ ਕਿ ਮੇਰੇ ਵੀ ਸਿੱਧੂ ਮੂਸੇਵਾਲਾ ਦੇ ਕਈ ਗੀਤਾਂ ਦੇ ਮਾਮਲੇ ਦੇ ਵਿੱਚ ਵੱਖਰੇ ਵਿਚਾਰ ਰਹੇ ਆ। ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਕਈ ਵਾਰ ਗੱਲ ਕੀਤੀ, ਬਾਅਦ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਇੰਟਰਵਿਊ ਵੀ ਕੀਤੀ, ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ, ਜਿਹਦੇ ਵਿੱਚ ਅਸੀਂ ਤਿੱਖੇ ਸਵਾਲ ਪੁੱਛੇ, ਉਹਨਾਂ ਨੇ ਆਪਣੀ ਤਸੱਲੀ ਮੁਤਾਬਕ ਉੱਤਰ ਦਿੱਤੇ, ਗੱਲ ਖਤਮ ਹੋ ਜਾਂਦੀ ਹੈ। ਪਰ ਜਿਸ ਤਰੀਕੇ ਦੇ ਨਾਲ ਮਾਰ ਦਿੱਤਾ ਗਿਆ, ਇਹ ਬਿਲਕੁਲ ਪੰਜਾਬ ਦੇ ਵਿੱਚ ਗੱਲ ਹੋਣੀ ਨਹੀਂ ਚਾਹੀਦੀ। ਇਹ ਬਿਲਕੁਲ ਅਣਮਨੁੱਖੀ ਵਰਤਾਰਾ। ਤੁਸੀਂ ਕਿਸੇ ਦੇ ਵਿਚਾਰਾਂ ਨਾਲ ਅਸਹਿਮਤ ਹੋ, ਸਹਿਮਤ ਹੋਣਾ ਘਰ ਦੇ ਵਿੱਚ ਵੀ ਚੱਲਦਾ। ਹੋ ਸਕਦਾ ਤੁਸੀਂ ਆਪਣੀ ਭੈਣ ਦੇ ਜਾਂ ਆਪਣੇ ਭਰਾ ਦੇ ਵਿਚਾਰਾਂ ਨਾਲ ਸਹਿਮਤ ਨਾ ਹੋਵੋ, ਹੋ ਸਕਦਾ ਤੁਸੀਂ ਆਪਣੀ ਔਲਾਦ ਦੇ ਵਿਚਾਰਾਂ ਨਾਲ ਸਹਿਮਤ ਨਾ ਹੋਵੋ, ਆਪਣੇ ਬਹੁਤ ਕਰੀਬੀ ਦੋਸਤ ਦੇ ਵਿਚਾਰਾਂ ਨਾਲ ਸਹਿਮਤ ਨਾ ਹੋਵੋ, ਪਰ ਇਹਦਾ ਮਤਲਬ ਇਹ ਕਦੇ ਨਹੀਂ ਹੁੰਦਾ ਕਿ ਅਸੀਂ ਉਹਨਾਂ ਦੀ ਜ਼ਿੰਦਗੀ ਦੀ ਸੁੱਖ ਨਾ ਮੰਗੀਏ। ਹਰ ਪੱਤਰਕਾਰ ਤੇ ਹਰ ਆਮ ਖਾਸ ਬੰਦਾ ਦੂਜੇ ਦੀ ਜ਼ਿੰਦਗੀ ਦੀ ਸੁੱਖ ਮੰਗੇ, ਇਹਦੀ ਅਸੀਂ ਹਮੇਸ਼ਾ ਕਾਮਨਾ ਕਰਦੇ ਹਾਂ। ਹਾਂ, ਗੱਲ ਇਹ ਆਲੋਚਨਾ ਦੀ ਆ। ਆਲੋਚਨਾ ਜਿੱਥੇ ਕਰਨੀ ਬਣਦੀ ਖੁੱਲ੍ਹ ਕੇ ਕਰਨੀ ਚਾਹੀਦੀ ਹੈ, ਪਰ ਕੋਈ ਵੀ ਆਲੋਚਕ ਕਿਸੇ ਦੀ ਜ਼ਿੰਦਗੀ ਦਾ ਦੋਖੀ ਨਹੀਂ ਹੋ ਸਕਦਾ। ਕੋਈ ਵੀ ਆਲੋਚਕ ਕਿਸੇ ਦੀ ਜ਼ਿੰਦਗੀ ਨੂੰ ਖਤਮ ਕਰਨ ਦੇ ਹੱਕ ਦੇ ਵਿੱਚ ਨਹੀਂ। ਕੋਈ ਵੀ ਆਲੋਚਕ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਜਿਹੜਾ ਕਿ ਅੰਦਰੋਂ ਇੰਨਾ ਕੁਰਖਤ ਹੋਵੇ, ਜਿਹੜਾ ਕਵੇ ਜੀ ਕਿ ਇਹਦੀ ਹੋਂਦ ਖਤਮ ਹੋ ਜੇ। ਕਿਸੇ ਦੀ ਹੋਂਦ ਖਤਮ ਨਹੀਂ ਹੋਣੀ ਚਾਹੀਦੀ। ਪਰ ਸਿੱਧੂ ਮੂਸੇਵਾਲਾ ਸਰੀਰਕ ਤੌਰ ਦੇ ਉੱਤੇ ਸਾਡੇ ਕੋਲੋਂ ਚਲਾ ਗਿਆ। ਜਿਸ ਤਰੀਕੇ ਦੇ ਨਾਲ ਉਹਦੇ ਗੋਲੀਆਂ ਮਾਰੀਆਂ ਗਈਆਂ, ਜਿਸ ਤਰੀਕੇ ਦੇ ਨਾਲ ਉਹਨੂੰ ਖਤਮ ਕਰ ਦਿੱਤਾ ਗਿਆ, ਤੇ ਹੁਣ ਜਿਹੜੀ ਮੈਂ ਰਿਪੋਰਟ ਪੜ੍ਹੀ ਆ, ਲਗਭਗ 26 ਉਹਦੇ ਸਰੀਰ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਆ ਲਗਭਗ। ਸੋ ਇੱਕ ਗੋਲੀ ਸਿਰ ਦੇ ਵਿੱਚ ਵੀ ਮਿਲੀ ਹੈ, ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਨੇ ਇਹ ਜਾਣਕਾਰੀ ਦਿੱਤੀ ਹੈ। ਮਤਲਬ ਇਹ ਆ ਕਿ ਪੰਜਾਬ ਦੇ ਵਿੱਚ ਇਹ ਸਾਰਾ ਵਰਤਾਰਾ ਹੋ ਰਿਹਾ। ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਗੈਂਗਸਟਰਾਂ ਦੇ ਨਾਲ ਸੰਬੰਧਿਤ ਖਬਰਾਂ ਆ ਰਹੀਆਂ। ਪੰਜਾਬ ਦੇ ਵਿੱਚ ਇਸ ਵਕਤ ਇਹੋ ਜਿਹੀਆਂ ਜਾਣਕਾਰੀਆਂ ਆਉਂਦੀਆਂ ਵੀ ਕਾਲਜਾ ਮੂੰਹ ਨੂੰ ਆ ਜਾਂਦਾ ਵੀ ਜੇਕਰ ਇਹ ਹਾਲਾਤ ਰਹੇ ਪੰਜਾਬ ਦੇ, ਤਾਂ ਪੰਜਾਬ ਦੇ ਵਿੱਚ ਰਹੂਗਾ ਕੌਣ। ਜੇਕਰ ਅੱਜ ਇੱਕ ਮਸ਼ਹੂਰ ਗਾਇਕ, ਇਸ ਤੋਂ ਪਹਿਲਾਂ ਇੱਕ ਮਸ਼ਹੂਰ ਕਬੱਡੀ ਖਿਡਾਰੀ, ਉਹਨਾਂ ਦੇ ਗੋਲੀਆਂ ਸ਼ਰੇਆਮ ਵੱਜਣਗੀਆਂ, ਤਾਂ ਆਮ ਲੋਕ ਕਿਹੜੇ ਬਾਗ ਦੀ ਮੂਲੀ ਆ, ਉਹ ਖੇਤ ਜਾਣ ਵੇਲੇ ਕੀ ਕਰਿਆ ਕਰਨ? ਕੀ ਉਹ ਬਾਜ਼ਾਰ ਜਾਣ ਵੇਲੇ ਵੀ ਸਿਕਿਉਰਿਟੀ ਮੰਗਿਆ ਕਰਨ? ਕੀ ਉਹ ਨਿਆਣੇ ਨੂੰ ਸਕੂਲ ਛੱਡ ਕੇ ਵਾਪਸ ਆਉਣ ਦੇ ਮੌਕੇ ਸਿਕਿਉਰਿਟੀ ਮੰਗਣ? ਕੀ ਉਹ ਦਫ਼ਤਰ ਜਾਣ ਦੇ ਮੌਕੇ ਸਿਕਿਉਰਿਟੀ ਮੰਗਣ? ਇਹ ਪਤਾ ਹੀ ਨਹੀਂ ਵੀ ਤੁਹਾਡੇ ਗੋਲੀ ਕੌਣ ਮਾਰ ਜੇ, ਇਹ ਪਤਾ ਹੀ ਨਹੀਂ ਤੁਹਾਡੇ ਉੱਤੇ ਕਾਪੇ ਨਾਲ ਵਾਰ ਕੌਣ ਕਰ ਦੇਵੇ। ਪੰਜਾਬ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਰਹੂਗਾ ਕੌਣ? ਕਦੇ ਕਦੇ ਇਸ ਗੱਲ ਦਾ ਸਵਾਲ ਬਹੁਤ ਵੱਡਾ ਉੱਠਦਾ। ਪੰਜਾਬ ਦੇ ਵਿੱਚ ਜੇਕਰ ਅੱਜ ਇਹ ਗੱਲ ਕਹੀ ਜਾਵੇ ਜਵਾਨੀ ਨੂੰ ਵੀ ਜਾਣਾ ਪੰਜਾਬੋਂ ਬਾਹਰ, ਬੰਦਾ 90% ਲੋਕ ਇਹ ਗੱਲ ਕਹਿੰਦੇ ਕਿ ਹਾਂ ਜਾਣਾ। ਉਹਨਾਂ ਨੂੰ ਮੌਕਾ ਨਾ ਮਿਲੇ ਇਹ ਇੱਕ ਵੱਖਰੀ ਗੱਲ ਹੈ, ਪਰ ਹਰ ਬੰਦਾ ਚਾਹੁੰਦਾ ਕਿ ਮੈਂ ਚਲਾ ਜਾਵਾਂ, ਕਿਉਂਕਿ ਇੱਥੇ ਜ਼ਿੰਦਗੀ ਦੀ ਸੁਰੱਖਿਅਤਾ ਨਹੀਂ ਆ। ਹਾਲਾਂਕਿ ਸੂਬੇ ਦੀ ਨਵੀਂ ਸਰਕਾਰ ਇਹ ਗੱਲ ਕਹਿੰਦੀ ਕਿ ਵਿਦੇਸ਼ ਦੇ ਵਿੱਚੋਂ ਇੱਥੇ ਲੋਕ ਆਉਣਗੇ, ਪਰ ਜੇਕਰ ਇਹੋ ਜਿਹੀਆਂ ਦਹਿਸ਼ਤ ਵਾਲੀਆਂ ਖਬਰਾਂ ਹੋਣਗੀਆਂ ਤਾਂ ਉੱਥੋਂ ਤਾਂ ਇੱਧਰ ਕੀ ਆਉਣਾ, ਜਿਹੜੇ ਇੱਥੇ ਹੈਗੇ ਉਹ ਬਾਹਰ ਕਿਉਂ ਨਾ ਜਾਣਗੇ? ਸਵਾਲ ਤਾਂ ਇਹ ਪੈਦਾ ਹੁੰਦਾ। ਮਾਪੇ ਆਪਣੇ ਧੀਆਂ ਪੁੱਤਾਂ ਦੀ ਖਾਤਰ ਜ਼ਮੀਨਾਂ ਵੇਚ ਕੇ ਬਾਹਰ ਭੇਜ ਰਹੇ ਆ, ਆਪਣੇ ਜਿਗਰ ਦੇ ਟੋਟਿਆਂ ਨੂੰ ਦੂਰ ਕਰ ਰਹੇ ਆ। ਇਹਦੇ ਪਿੱਛੇ ਕਾਰਨ ਤਾਂ ਕੋਈ ਜ਼ਰੂਰ ਹੈਗਾ। ਮਾਪੇ ਕਿਹੜੀ ਗੱਲੋਂ ਦੂਰ ਕਰ ਰਹੇ ਆ, ਇਹਦੇ ਬਾਰੇ ਆਪਾਂ ਸਾਰਾ ਕੁਝ ਜਾਣਦੇ ਹਾਂ। ਸੋ ਆਉਂਦੇ ਸਮੇਂ ਦੇ ਵਿੱਚ ਕੌਣ ਨਵਾਂ ਸ਼ਿਕਾਰ ਬਣੂਗਾ ਇਹਨਾਂ ਗੋਲੀਆਂ ਦਾ, ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿੰਦੇ ਤੇ ਨਾ ਹੀ ਕੋਈ ਬਣੇ, ਇਹਦੀ ਕਾਮਨਾ ਕਰਦੇ ਹਾਂ। ਪਰ ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ ਪੂਰੇ ਪੰਜਾਬ ਦੇ ਤੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਉਹਦੇ ਪ੍ਰਸ਼ੰਸਕ ਸੀ, ਇਸ ਵਕਤ ਉਹ ਗਮਗੀਨ ਆ। ਉਹਨਾਂ ਦੇ ਗਮ ਨੂੰ ਅਸੀਂ ਸਮਝ ਸਕਦੇ ਹਾਂ। ਪੂਰੇ ਪਿੰਡ ਦੇ ਵਿੱਚ ਇਸ ਵੇਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਘਰ ਦੇ ਵਿੱਚ ਜਾ ਕੇ ਪੰਜਾਬ ਦੇ ਵਿੱਚੋਂ ਉੱਥੇ ਇਕੱਠੇ ਹੋ ਰਹੇ ਆ, ਟੱਬਰ ਦੇ ਜੀਆਂ ਨਾਲ ਦੁੱਖ ਸੁੱਖ ਸਾਂਝਾ ਕਰ ਰਹੇ ਆ। ਗੋਲੀਆਂ ਚਲਾਉਣ ਵਾਲਿਆਂ ਨੂੰ ਵੀ ਇੱਕ ਬੇਨਤੀ ਕਰਨੀ ਬਣਦੀ ਹੈ ਵੀ ਇਹ ਤਾਂ ਸੋਚਿਆ ਕਰੋ ਕਿ ਜੀ ਕਿਸੇ ਦੀ ਮਾਂ ਜਿਹੜੀ, ਕਿਸੇ ਦਾ ਪਿਤਾ, ਕਿਸੇ ਦੀ ਭੈਣ, ਕਿਸੇ ਦੀ ਪਤਨੀ, ਬਾਅਦ ਦੇ ਵਿੱਚ ਉਹਨਾਂ ਦਾ ਜ਼ਿੰਦਗੀ ਦੇ ਵਿੱਚ ਬਣੂਗਾ ਕੀ? ਹੁਣ ਉਹਦੇ ਮਾਪਿਆਂ ਦਾ ਵਾਲੀ ਵਾਰਸ ਕੌਣ ਹੋਊਗਾ? ਉਹਨਾਂ ਦੇ ਮਾਪਿਆਂ ਦਾ ਖਿਆਲ ਕੌਣ ਕਰੂਗਾ?
ਇਹਦੇ ਬਾਬਤ ਜ਼ਰੂਰ ਸੋਚਣਾ ਚਾਹੀਦਾ। ਤੁਸੀਂ ਨਹੀਂ ਕਿਸੇ ਦੇ ਨਾਲ ਵਿਚਾਰਾਂ ਦੇ ਨਾਲ ਸਹਿਮਤ, ਇਹ ਇੱਕ ਵੱਖਰੀ ਗੱਲ ਹੈ, ਪਰ ਕਿਸੇ ਨੂੰ ਮਾਰ ਦੇਣਾ, ਕਿਸੇ ਦੀ ਜ਼ਿੰਦਗੀ ਨੂੰ ਖਤਮ ਕਰ ਦੇਣਾ, ਇਹ ਅਣਮਨੁੱਖੀ ਆ। ਇਹ ਪੰਜਾਬ ਦੇ ਵਿੱਚ ਹੋਣਾ ਨਹੀਂ ਸੀ ਚਾਹੀਦਾ। ਜਿਹੜੀ ਰਿਪੋਰਟ ਸਾਡੇ ਤੱਕ ਆਈ ਹੈ ਉਹਦੇ ਰਾਹੀਂ ਇਹ ਪਤਾ ਲੱਗਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਆਖਿਆ ਵੀ ਜਿਹੜੀਆਂ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਮੰਗਾਂ ਰੱਖੀਆਂ 3-4, ਉਹਨਾਂ ਨੂੰ ਅਸੀਂ ਪ੍ਰਵਾਨ ਕਰਦੇ ਹਾਂ। ਉਹਦੇ ਵਿੱਚੋਂ ਇੱਕ ਮੰਗ ਇਹ ਹੈ ਵੀ ਮੇਰੇ ਪੁੱਤ ਦੀ ਸਿਕਿਉਰਿਟੀ ਘਟਾਈ ਗਈ, ਘਟਾਉਣ ਵਾਲੇ ਅਫਸਰਾਂ ਦੀ ਗੱਲਬਾਤ ਸੁਣੀ ਜਾਵੇ, ਉਹ ਪੜਤਾਲ ਕੀਤੀ ਜਾਵੇ ਕਿਉਂ ਘਟਾਈ ਗਈ। ਦੂਜੀ ਮੰਗ ਇਹ ਹੈ ਵੀ ਇਸ ਮਾਮਲੇ ਦੀ ਪੜਤਾਲ, ਜਿਹੜੀ ਕਤਲ ਕੀਤਾ ਗਿਆ, ਗੋਲੀਆਂ ਚਲਾਈਆਂ ਗਈਆਂ, ਇਹਦੀ ਪੜਤਾਲ ਹਾਈ ਕੋਰਟ ਦੇ ਇੱਕ ਸਿਟਿੰਗ ਜੱਜ ਤੋਂ ਕਰਵਾਉਣੀ ਚਾਹੀਦੀ ਹੈ। ਕੁਝ ਕੁ ਹੋਰ ਮੰਗਾਂ ਇਹਦੇ ਵਿੱਚ ਰੱਖੀਆਂ ਗਈਆਂ ਸੀ। ਭਗਵੰਤ ਮਾਨ ਦੀ ਸਰਕਾਰ ਇਸ ਗੱਲ ਦਾ ਦਾਅਵਾ ਕਰ ਰਹੀ ਹੈ ਕਿ ਬਹੁਤ ਜਲਦ ਸਾਰੇ ਦੋਸ਼ੀ ਫੜੇ ਜਾਣਗੇ। ਪੁਲਿਸ ਆਪਣਾ ਕੰਮ ਕਰ ਰਹੀ ਹੈ। ਅਣਪਛਾਤੇ ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਸਿੱਧੂ ਮੂਸੇਵਾਲਾ ਕਤਲकांड ਦੇ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਨੇ NIA ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਦੇ ਵਿੱਚ ਉਸ ਨੇ ਕਿਹਾ ਕਿ ਜੇਕਰ ਪੰਜਾਬ ਪੁਲਿਸ ਮੇਰਾ ਪ੍ਰੋਡਕਸ਼ਨ ਵਾਰੰਟ ਮੰਗਦੀ ਹੈ ਤਾਂ ਮੇਰਾ ਇਨਕਾਊਂਟਰ ਹੋ ਸਕਦਾ ਹੈ। ਇਸ ਕਰਕੇ ਮੇਰੀ ਸੁਰੱਖਿਆ ਯਕੀਨੀ ਬਣਾਈ ਜਾਵੇ। ਪੁਲਿਸ ਨੇ ਜੇਕਰ ਪੁੱਛਗਿੱਛ ਕਰਨੀ ਹੀ ਹੈ ਤਾਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕਰ ਲਵੇ। ਇਸ ਦੇ ਲਈ ਕਸਟਡੀ ਦੀ ਜ਼ਰੂਰਤ ਨਹੀਂ ਹੈ। ਕੋਰਟ ਨੇ ਇਸ ਪਟੀਸ਼ਨ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਲਾਅ ਐਂਡ ਆਰਡਰ ਰਾਜ ਦੀ ਪੁਲਿਸ ਦਾ, ਯਾਨੀ ਕਿ ਸੂਬਾ ਪੁਲਿਸ ਦਾ ਵਿਸ਼ਾ ਹੈ। ਇਸ ਦਰਮਿਆਨ ਸਿੱਧੂ ਮੂਸੇਵਾਲਾ ਦਾ ਸੋਮਵਾਰ ਦੁਪਹਿਰ ਬਾਅਦ, ਯਾਨੀ ਕਿ ਲੰਘੇ ਕੱਲ੍ਹ, ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਹੋ ਗਿਆ। 2 ਘੰਟੇ ਚੱਲੇ ਇਸ ਪੋਸਟਮਾਰਟਮ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਸਰੀਰ ਦੇ ਉੱਤੇ ਗੋਲੀਆਂ ਦੇ ਐਂਟਰੀ ਐਗਜ਼ਿਟ ਸਮੇਤ 24 ਨਿਸ਼ਾਨ ਮਿਲੇ ਨੇ। ਹਮਲਾਵਰਾਂ ਨੇ ਉਸ ਦੇ ਸਿਰ ਦੇ ਵਿੱਚ ਵੀ ਗੋਲੀ ਮਾਰੀ ਹੈ। ਦੂਜੇ ਪਾਸੇ ਇਸ ਮਾਮਲੇ 'ਚ ਪੰਜਾਬ ਪੁਲਿਸ ਉੱਤਰਾਖੰਡ ਪਹੁੰਚੀ। ਉੱਤਰਾਖੰਡ STF ਦੇ ਨਾਲ 6 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਇਹਨਾਂ ਦੇ ਵਿੱਚੋਂ ਇੱਕ ਮੁਲਜ਼ਮ ਲਾਰੈਂਸ ਗੈਂਗ ਦਾ ਸ਼ੱਕੀ ਸ਼ਾਰਪ ਸ਼ੂਟਰ ਦੱਸਿਆ ਜਾ ਰਿਹਾ। ਉਸ ਨੂੰ ਹਿਮਾਚਲ ਤੋਂ ਉੱਤਰਾਖੰਡ ਦੇ ਵਿੱਚ ਘੁਸਣ ਵਕਤ ਕਾਰ ਰੋਕ ਕੇ ਹਿਰਾਸਤ ਦੇ ਵਿੱਚ ਲਿਆ ਗਿਆ। ਪੰਜਾਬ ਪੁਲਿਸ ਉਸ ਦੀ ਸ਼ਨਾਖਤ ਕਰ ਰਹੀ ਹੈ। ਪਤਾ ਲੱਗਾ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਤਿਹਾੜ ਜੇਲ੍ਹ ਦੇ ਵਿੱਚ ਰਚੀ ਗਈ। ਗੈਂਗਸਟਰ ਲਾਰੈਂਸ ਬਿਸ਼ਨੋਈ ਇੱਥੇ ਬੰਦ ਹੈ। ਉਸ ਨੇ ਕੈਨੇਡਾ ਦੇ ਵਿੱਚ ਬੈਠੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਇਹਦੇ ਵਿੱਚ ਪੰਜਾਬੀ ਗਾਇਕ ਦਾ ਵੀ ਇੱਕ ਦਾ ਨਾਂ ਆ ਰਿਹਾ। ਸੂਤਰਾਂ ਦੇ ਮੁਤਾਬਕ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਦੇ ਨਾਲ ਜੇਲ੍ਹ ਦੇ ਵਿੱਚ ਗੈਂਗਸਟਰ ਦੇ ਕੋਲੋਂ ਪੁੱਛਗਿੱਛ ਵੀ ਕੀਤੀ ਹੈ। ਪੁਲਿਸ ਨੇ ਮੋਗਾ ਖੇਤਰ ਤੋਂ ਇੱਕ ਅਲਟੋ ਕਾਰ ਬਰਾਮਦ ਕੀਤੀ ਹੈ। ਇਹ ਉਹੀ ਕਾਰ ਹੈ ਜਿਹਦੇ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰ ਖੋਹ ਕੇ ਭੱਜ ਗਏ ਸਨ। ਇਹ ਕਾਰ ਹਰਿਆਣਾ ਤੋਂ ਖੋਈ ਗਈ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਹੋ ਜਿਹੀਆਂ ਖਬਰਾਂ ਬੰਦੇ ਨੂੰ ਰਵਾ ਜਾਂਦੀਆਂ। ਇਹੋ ਜਿਹੀਆਂ ਖਬਰਾਂ ਬੰਦੇ ਨੂੰ ਬਹੁਤ ਕੁਝ ਸੋਚਣ ਵਾਸਤੇ ਮਜਬੂਰ ਕਰਦੀਆਂ ਕਿ ਯਾਰ ਆਹ ਤਾਂ ਅਣਮਨੁੱਖੀ ਵਰਤਾਰਾ। ਪੰਜਾਬ ਦੇ ਵਿੱਚ ਕਦੇ ਇੱਦਾਂ ਹੁੰਦਾ ਨਹੀਂ ਸੀ। ਪੰਜਾਬ ਦੇ ਵਿੱਚ ਕੋਈ ਬੰਦਾ ਕੰਮ ਕਰਦਾ, ਆਪਣੇ ਦਾਇਰੇ ਦੇ ਵਿੱਚੋਂ ਬਾਹਰ ਨਿਕਲ ਕੇ ਵਿਚਰਦਾ ਦੁਨੀਆ ਭਰ ਦੇ ਵਿੱਚ, ਤਾਂ ਉਹਦੇ ਵੈਰੀ ਇਸ ਕਦਰ ਨਹੀਂ ਸੀ ਬਣਿਆ ਜਾਂਦਾ। ਪਰ ਅੱਜ ਪੰਜਾਬ ਦੇ ਵਿੱਚ ਉਹ ਕੁਝ ਹੋ ਰਿਹਾ ਜਿਹੜਾ ਕਿ ਦਿੱਲੀ ਦੇ ਵਿੱਚ ਜਾਂ ਬੰਬੇ ਦੇ ਵਿੱਚ ਜਾਂ ਵੱਡੀਆਂ ਵੱਡੀਆਂ ਹੋਰ ਫਿਲਮ ਸਨਅਤ ਦੇ ਵਿੱਚ ਜੋ ਕੁਝ ਦੇਖਣ ਨੂੰ ਮਿਲਦਾ ਕਿ ਉੱਥੇ ਅੰਡਰਵਰਲਡ ਦੇ ਕਿਸ ਤਰੀਕੇ ਦੇ ਨਾਲ ਡਾਊਨ ਆ ਜਿਹੜੇ ਉਹ ਵੱਡੇ ਵੱਡੇ ਫਿਲਮੀ ਕਲਾਕਾਰਾਂ ਦੇ ਕੋਲੋਂ ਪੈਸੇ ਲੈਂਦੇ ਆ। ਪੰਜਾਬ ਦੇ ਵਿੱਚ ਇਸ ਵਕਤ ਕਬੱਡੀ ਖਿਡਾਰੀਆਂ ਤੇ ਪੰਜਾਬੀ ਕਲਾਕਾਰਾਂ ਦੇ ਉੱਤੇ ਇਹੋ ਜਿਹਾ ਪਰਛਾਵਾਂ ਬੰਦੂਕਾਂ ਦਾ, ਗੋਲੀਆਂ ਦਾ, ਵੀ ਉਹ ਚਾਹੁੰਦੇ ਹੋਏ ਵੀ ਕਈ ਕੁਝ ਬਿਆਨ ਨਹੀਂ ਕਰ ਸਕਦੇ। ਤੁਹਾਨੂੰ ਚੇਤੇ ਹੋਣਾ ਕਿ ਪਰਮੀਸ਼ ਵਰਮਾ ਤੇ ਗਿੱਪੀ ਗਰੇਵਾਲ ਨੂੰ ਵੀ ਧਮਕੀ ਮਿਲੀ ਸੀ। ਉਸ ਤੋਂ ਬਾਅਦ ਵੀ ਸ਼ਾਇਦ ਕਈਆਂ ਨੂੰ ਮਿਲੀ ਹੋਵੇ ਧਮਕੀ, ਪਰ ਬਹੁਤੇ ਲੋਕ ਆ ਜਿਹੜੇ ਉਹ ਇਸ ਗੱਲ ਨੂੰ ਦਬਾ ਕੇ ਵੀ ਰੱਖ ਲੈਂਦੇ ਆ ਵੀ ਯਾਰ ਐਵੇਂ ਬਦਨਾਮੀ ਹੋਊਗੀ, ਲੋਕ ਕੀ ਕਹਿਣਗੇ। ਪਤਾ ਪਿਛਲੇ ਦਿਨੀ ਇਹ ਵੀ ਲੱਗਾ ਸੀ ਜੀ ਕਿ ਕਬੱਡੀ ਖਿਡਾਰੀਆਂ ਨੂੰ ਵੀ ਕਿਸ ਤਰੀਕੇ ਨਾਲ ਧਮਕੀਆਂ ਮਿਲਦੀਆਂ। ਮੈਂ ਗੱਲ ਚੱਜ ਦਾ ਵਿਚਾਰ ਦੇ ਵਿੱਚ ਵੀ ਕੀਤੀ ਸੀ ਵੀ ਜਦੋਂ ਆਸਟ੍ਰੇਲੀਆ ਦੇ ਵਿੱਚ ਗਿਆ ਸਾਂ ਮੈਂ, ਉਸ ਵਕਤ 2 ਕਬੱਡੀ ਖਿਡਾਰੀ ਜਿਹੜੇ ਪੰਜਾਬ ਦੇ ਸੁਪਰਸਟਾਰ ਚੋਟੀ ਦੇ ਕਬੱਡੀ ਖਿਡਾਰੀ ਆ, ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਅਸੀਂ ਆਓ ਤੁਹਾਡੀ ਪ੍ਰਾਈਮ ਏਸ਼ੀਆ ਦੇ ਉੱਤੇ ਇੰਟਰਵਿਊ ਕਰਦੇ ਆ। ਉਹ ਕਹਿੰਦੇ ਜੀ ਸਾਨੂੰ ਬੜੀ ਖੁਸ਼ੀ ਆ ਕਿ ਤੁਸੀਂ ਸਾਨੂੰ ਪੇਸ਼ਕਸ਼ ਕੀਤੀ, ਅਸੀਂ ਆਪ ਚਾਹੁੰਦੇ ਵੀ ਤੁਸੀਂ ਸਾਡੀ ਇੰਟਰਵਿਊ ਕਰੋ, ਪਰ ਸਾਡੀ ਬੇਨਤੀ ਆ ਵੀ ਹਾਲੇ ਨਾ ਕਰੋ। ਮੈਂ ਹੈਰਾਨ ਵੀ ਕਿਉਂ, ਨਾਲੇ ਚਾਹੁੰਦੇ ਹੋ ਨਾਲੇ ਨਾ ਕਰੋ। ਉਹ ਕਹਿੰਦੇ ਬਾਈ ਜੀ ਜੇਕਰ ਅਸੀਂ ਸੱਚ ਬੋਲਤਾ ਨਾ ਵੀ ਸਾਨੂੰ ਕਿਹਦੇ ਫੋਨ ਆਉਂਦੇ ਤੇ ਕਬੱਡੀ ਦੇ ਵਿੱਚ ਅੱਜ ਕੱਲ੍ਹ ਕੀ ਚੱਲ ਰਿਹਾ, ਤਾਂ ਹੋ ਸਕਦਾ ਅਸੀਂ ਦਿੱਲੀ ਏਅਰਪੋਰਟ ਦੇ ਉੱਤੇ ਮਗਰੋਂ ਪਹੁੰਚ ਗਏ, ਪਹਿਲਾਂ ਕੋਈ ਨੁਕਸਾਨ ਹੋ ਜੇ। ਮੈਂ ਉਹਨਾਂ ਦੀ ਮਨੋਸਥਿਤੀ ਨੂੰ ਭਾਂਪਿਆ ਤੇ ਇਹ ਗੱਲ ਕਹੀ ਕਿ ਆਪਾਂ ਇੰਟਰਵਿਊ ਨਹੀਂ ਕਰਨੀ। ਪਰ ਤੁਸੀਂ ਇਹ ਸੋਚ ਕੇ ਦੇਖੋ ਵੀ ਕਬੱਡੀ ਖਿਡਾਰੀਆਂ ਤੇ ਗਾਉਣ ਵਾਲਿਆਂ ਦੇ ਉੱਤੇ ਪਰਛਾਵਾਂ ਕਿਹੋ ਜਿਹਾ। ਸੋ ਭਵਿੱਖ ਦੇ ਵਿੱਚ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲਾ ਨਾਲ ਹੋਈ ਹੈ ਉਹੋ ਜਿਹੀ ਕਿਸੇ ਨਾਲ ਨਾ ਹੋਵੇ। ਇਹਦੇ ਲਈ ਬਹੁਤ ਕੁਝ ਕਰਨਾ ਪਊਗਾ ਸਰਕਾਰਾਂ ਨੂੰ ਵੀ ਤੇ ਸਾਨੂੰ ਸਭ ਨੂੰ ਵੀ। ਮੇਰੀ ਬੇਨਤੀ ਫੇਰ ਆ ਵੀ ਅਸੀਂ ਸੁਜੱਗ ਬਣੀਏ। ਸਰਕਾਰਾਂ ਨੂੰ ਬੇਨਤੀ ਇਹ ਹੈ ਵੀ ਭਾਈ ਉਹ ਇੱਕ ਘਟਨਾ, ਇੱਕ ਕਾਂਡ ਵਾਪਰਨ ਤੋਂ ਬਾਅਦ ਹਫ਼ਤੇ ਕੁ ਲਈ ਸਰਗਰਮੀ ਦੇ ਵਿੱਚ ਨਾ ਆਇਆ ਕਰਨ। ਉਹ ਭਵਿੱਖ ਦੇ ਵਿੱਚ ਵੀ ਕਿਸੇ ਹੋਰ ਨਾਲ ਇਹ ਕੁਝ ਨਾ ਵਾਪਰੇ। ਇਹਦੇ ਲਈ ਚੁਕੰਨੇ ਰਹਿਣਾ ਪਊਗਾ। ਇਹਦੇ ਲਈ ਕਾਨੂੰਨ ਨੂੰ ਆਪਣਾ ਕੰਮ ਸਖਤੀ ਨਾਲ ਕਰਨਾ ਪਊਗਾ। ਸੋ ਸਿੱਧੂ ਮੂਸੇਵਾਲਾ ਲੋਕਾਂ ਦੀ ਪਸੰਦ ਸੀ, ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ, ਉਹ ਸਾਡੇ ਦਰਮਿਆਨ ਨਹੀਂ। ਤੇ ਵਿਚਾਰਧਾਰਕ ਵੱਖਰੇਵੇਂ ਜਿਹਦੇ ਮਰਜ਼ੀ ਹੋਣ,
ਭਾਵੇਂ ਸਾਡੇ ਹੋਣ, ਪਰ ਇਸ ਦੇ ਬਾਵਜੂਦ ਇਨਸਾਨ ਦੀ ਕਦਰ ਕਰੇ, ਇਨਸਾਨੀਅਤ ਜਿਉਂਦੀ ਰਵੇ, ਇਨਸਾਨ ਨੂੰ ਕਦੇ ਇਸ ਤਰੀਕੇ ਨਾਲ ਨਾ ਮਾਰਿਆ ਜਾਵੇ। ਇਹਦੇ ਬਾਰੇ ਸੋਚਣਾ ਬਣਦਾ, ਬਿਲਕੁਲ ਇਹਦੇ ਬਾਰੇ ਸੋਚਣਾ ਬਣਦਾ। ਪੰਜਾਬ ਦੇ ਵਿੱਚ ਕਦੇ ਵੀ ਇਹੋ ਜਿਹਾ ਭਾਣਾ ਨਾ ਵਾਪਰੇ, ਇਹੋ ਜਿਹਾ ਕਾਂਡ ਨਾ ਵਾਪਰੇ, ਇਹਦੀ ਅਸੀਂ ਅਰਦਾਸ ਕਰਦੇ ਹਾਂ। ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ, ਜਿਨ੍ਹਾਂ ਨੇ ਕਿ ਵਾਤਾਵਰਨ ਪ੍ਰੇਮੀ ਹੋਣ ਦਾ ਇੱਕ ਬਹੁਤ ਵੱਡਾ ਕੀਰਤੀਮਾਨ ਸਥਾਪਿਤ ਕੀਤਾ, ਉਹਨਾਂ ਦੇ ਬਾਰੇ ਇੱਕ ਨਵੀਂ ਖਬਰ ਆਈ ਆ। ਦੇਖੋ, ਇੱਕ ਗਾਣੇ ਦੇ ਬੋਲ ਆ, ਮੇਰੇ ਚੇਤੇ ਦੇ ਵਿੱਚੋਂ ਗਾਇਕ ਦਾ ਨਾਂ ਤਾਂ ਵਿਸਰ ਗਿਆ, ਪਰ ਉਹਦੇ ਕੁਝ ਕੁ ਮੂਹਰਲੇ ਬੋਲ ਇਹ ਆ ਕਿ ਸਾਧਾਂ ਦੇ ਤਾਂ ਵਗ ਫਿਰਦੇ, ਦੱਸ ਕਿਹਦੇ ਕਿਹਦੇ ਪੈਰੀਂ ਹੱਥ ਲਾਵਾਂ। ਮਤਲਬ ਇਹ ਆ ਵੀ ਅੱਜ ਹਰ ਪਿੰਡ ਗਲੀ ਗੁਆਂਢ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਸਾਧ ਬੈਠੇ ਆ, ਤੁਸੀਂ ਪੈਰੀਂ ਹੱਥ ਕਿਹਦੇ ਕਿਹਦੇ ਲਾਓਗੇ। ਪਰ ਸੰਤਗਿਰੀ ਦੀ ਅਸਲ ਮਿਸਾਲ ਆ ਬਲਵੀਰ ਸਿੰਘ ਸੀਚੇਵਾਲ। ਸੰਤਗਿਰੀ ਦੀ ਅਸਲ ਮਿਸਾਲ ਇਸ ਕਰਕੇ ਆ ਕਿਉਂਕਿ ਜਦੋਂ ਗੰਦਾ ਪਾਣੀ ਪਵਿੱਤਰ ਵੇਈਂ ਦੇ ਵਿੱਚ ਪਾ ਕੇ ਮਾਣ ਮਹਿਸੂਸ ਕੀਤਾ ਜਾ ਰਿਹਾ ਸੀ ਇੰਡਸਟਰੀ ਦੇ ਨਾਲ ਜੁੜੇ ਲੋਕਾਂ ਦੇ ਵੱਲੋਂ, ਜਦੋਂ ਲੋਕ ਨੱਕ ਘੁੱਟ ਕੇ ਜਾਂਦੇ ਸੀ ਵੀ ਭਾਈ ਇੱਥੋਂ ਦੀ ਨਿਕਲਣਾ, ਜਲਦੀ ਜਲਦੀ ਨਿਕਲ ਚੱਲੋ, ਉਸ ਵਕਤ ਉਸ ਵੇਈਂ ਦੇ ਵਿੱਚ ਛਾਲ ਮਾਰ ਕੇ ਉਹਦੇ ਵਿੱਚੋਂ ਗੰਦਗੀ, ਉਹਦੇ ਵਿੱਚੋਂ ਕਾਈ ਕੱਢਣ ਦਾ ਕੰਮ ਸ਼ੁਰੂ ਕੀਤਾ ਅਤੇ ਉਸ ਵੇਈਂ ਨੂੰ ਸੱਚੇ ਅਰਥਾਂ ਦੇ ਵਿੱਚ, ਸਹੀ ਅਰਥਾਂ ਦੇ ਵਿੱਚ ਪਵਿੱਤਰ ਬਣਾਇਆ। ਜੇਕਰ ਅੱਜ ਸੀਚੇਵਾਲ ਪਿੰਡ ਦੇ ਵਿੱਚ ਜਾ ਕੇ ਦੇਖਦੇ ਹਾਂ ਤਾਂ ਪਤਾ ਲੱਗਦਾ ਵੀ ਆਧੁਨਿਕਤਾ ਕੀ ਹੁੰਦੀ ਹੈ ਅਤੇ ਸਿਆਣਪ ਕੀ ਹੁੰਦੀ ਹੈ। ਪਤਾ ਲੱਗਦਾ ਵੀ ਪਾਣੀ ਹੈ ਜਿਹੜਾ ਉਹਨੂੰ ਕਿਵੇਂ ਸਟੋਰ ਕੀਤਾ ਜਾਂਦਾ ਅਤੇ ਪਾਣੀ ਕਿਸ ਤਰੀਕੇ ਨਾਲ ਲੋਕਾਂ ਦੇ ਘਰੇ ਦੇ ਵਿੱਚ ਪਹੁੰਚਾਇਆ ਜਾਂਦਾ। ਪਤਾ ਲੱਗਦਾ ਵੀ ਉੱਥੇ ਕਿਵੇਂ ਗਲੀਆਂ ਬਣਦੀਆਂ ਅਤੇ ਕਿਵੇਂ ਨਾਲੀਆਂ ਬਣਦੀਆਂ। ਬਹੁਤ ਸਾਰੇ ਪਿੰਡ ਹੋਰ ਵੀ ਬੜਾ ਸੋਹਣਾ ਕੰਮ ਕਰ ਰਹੇ ਆ, ਪਰ ਸੀਚੇਵਾਲ ਪਿੰਡ ਇੱਕ ਮਾਡਲ ਬਣ ਗਿਆ। ਡਾਕਟਰ ਅਬਦੁਲ ਕਲਾਮ ਸਾਹਿਬ ਵੀ ਇੱਥੇ ਆਏ ਸੀ, ਉਹ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਮਿਲੇ ਸੀ। ਇਹ ਗੱਲਾਂ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਸੀਚੇਵਾਲ ਹੋਰਾਂ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕਰਨ ਦੀਆਂ ਤਿਆਰੀਆਂ, ਰਾਜ ਸਭਾ ਦਾ ਮੈਂਬਰ ਬਣ ਹੀ ਜਾਣਾ ਕਿਉਂਕਿ ਵਿਰੋਧ ਹੈ ਨਹੀਂ ਹੋਰ ਪਾਸੇ। ਉੱਧਰੋਂ ਵਿਕਰਮਜੀਤ ਸਿੰਘ ਸਾਹਨੀ ਦਾ ਵੀ ਚੰਗਾ ਨਾਂ। ਆਮ ਆਦਮੀ ਪਾਰਟੀ ਨੇ ਜਿਵੇਂ ਪਹਿਲੇ 5 ਨਾਵਾਂ ਦੇ ਕਰਕੇ ਵਿਵਾਦ ਖੱਟਿਆ, ਇਹਨਾਂ ਦੋਵਾਂ ਨਾਵਾਂ ਦੇ ਕਰਕੇ ਲੋਕਾਂ ਦੇ ਵਿੱਚ ਭੱਲ ਵੀ ਖੱਟੀ ਆ। ਬਲਵੀਰ ਸਿੰਘ ਸੀਚੇਵਾਲ ਹੋਰਾਂ ਨੇ ਕੱਲ੍ਹ ਇਹ ਗੱਲ ਕਹੀ ਆ ਕਿ ਬੇਸ਼ੱਕ ਮੈਂ ਰਾਜ ਸਭਾ ਦੀਆਂ ਪੌੜੀਆਂ ਚੜ੍ਹ ਜਾਵਾਂ, ਪਰ ਮੈਂ ਕਦੇ ਵੀ ਰਾਜਨੀਤੀ ਸਰਗਰਮੀ ਨਾਲ ਨਹੀਂ ਕਰਨੀ। ਉਹ ਕਹਿੰਦੇ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਹਿ ਦਿੱਤੀ ਹੈ ਕਿ ਸਰਗਰਮ ਰਾਜਨੀਤੀ ਦਾ ਕਦੇ ਹਿੱਸਾ ਨਹੀਂ ਬਣੂੰਗਾ। ਇਹ ਨਹੀਂ ਵੀ ਮੈਂ ਰਾਜ ਸਭਾ ਦਾ ਮੈਂਬਰ ਹਾਂ ਅਤੇ ਗੁਜਰਾਤ ਦੇ ਵਿੱਚ ਮੈਂ ਪਾਰਟੀ ਦਾ ਪ੍ਰਚਾਰ ਕਰਦਾ ਫਿਰਾਂ। ਇਹਦਾ ਮਤਲਬ ਇਹ ਨਹੀਂ ਕਿ ਮੈਨੂੰ ਤੁਸੀਂ ਰਾਜ ਸਭਾ ਦਾ ਮੈਂਬਰ ਬਣਾਇਆ ਅਤੇ ਮੈਂ ਹਿਮਾਚਲ ਪ੍ਰਦੇਸ਼ 'ਚ ਕਹਾਂ ਜੀ ਕਿ ਸਾਨੂੰ ਵੋਟਾਂ ਪਾਓ, ਅਸੀਂ ਕਮਾਲ ਕਰ ਦਿਆਂਗੇ। ਮੈਂ ਸਿਰਫ ਰਾਜ ਸਭਾ ਦੇ ਵਿੱਚ ਵਾਤਾਵਰਨ ਦੀ ਗੱਲ ਕਰਨੀ ਆ, ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਗੱਲ ਕਰਨੀ ਆ, ਪੰਜਾਬ ਦੇ ਖੇਤਾਂ ਦੀ ਗੱਲ ਕਰਨੀ ਆ, ਕੀਟਨਾਸ਼ਕਾਂ ਦੇ ਕਰਕੇ ਵੱਧਦੇ ਕੈਂਸਰ ਦੀ ਗੱਲ ਕਰਨੀ ਆ, ਰੁੱਖਾਂ ਨੂੰ ਬਰਬਾਦ ਕੀਤਾ ਜਾ ਰਿਹਾ, ਰੁੱਖ ਵੱਢੇ ਜਾ ਰਹੇ, ਇਹਦੀ ਗੱਲ ਕਰਨੀ ਆ, ਹਵਾ ਪਲੀਤ ਹੋ ਰਹੀ ਹੈ, ਇਹਦੀ ਗੱਲ ਕਰਨੀ ਆ, ਪਾਣੀ ਦੇ ਸੋਮੇ ਜ਼ਹਿਰੀਲੇ ਹੋ ਗਏ, ਇਹਦੀ ਗੱਲ ਕਰਨੀ ਆ। ਬਹੁਤ ਵਧੀਆ, ਬਹੁਤ ਚੰਗੀ ਗੱਲ ਆ। ਇਹ ਗੱਲਾਂ ਕਰਨੀਆਂ ਵੀ ਚਾਹੀਦੀਆਂ ਅਤੇ ਰਾਜਨੀਤੀ ਤੋਂ ਗੁਰੇਜ਼ ਵੀ ਕਰਨਾ ਚਾਹੀਦਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਅਤੇ ਫਿਰ ਕਰਾਂਗੇ ਟਿੱਪਣੀ। ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਰਾਜ ਸਭਾ ਸੀਟਾਂ ਦੇ ਲਈ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਸਮਾਜ ਸੇਵੀ ਵਿਕਰਮਜੀਤ ਸਿੰਘ ਸਾਹਨੀ ਨੂੰ ਆਪਣਾ ਉਮੀਦਵਾਰ ਬਣਾਇਆ। ਦੋਵੇਂ ਪਦਮ ਸ਼੍ਰੀ ਅਵਾਰਡੀ ਨੇ ਅਤੇ ਗੈਰ ਸਿਆਸੀ ਪਿਛੋਕੜ ਤੋਂ ਆਉਂਦੇ ਨੇ। ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਮੈਂ ਰਾਜ ਸਭਾ ਦੇ ਵਿੱਚ ਜਾਵਾਂਗਾ ਪਰ ਸਰਗਰਮ ਸਿਆਸਤ ਤੋਂ ਦੂਰ ਰਹਾਂਗਾ। ਉਹਨਾਂ ਨੇ ਇੱਕ ਮੁਲਾਕਾਤ ਦੇ ਵਿੱਚ ਕਿਹਾ ਕਿ ਭਗਵੰਤ ਮਾਨ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਉਹ ਮੈਨੂੰ ਰਾਜ ਸਭਾ ਦੇ ਵਿੱਚ ਭੇਜ ਕੇ ਕਿਸੇ ਵੀ ਚੋਣ ਮੁਹਿੰਮ ਦਾ ਹਿੱਸਾ ਨਹੀਂ ਬਣਾਉਣਗੇ ਅਤੇ ਨਾ ਹੀ ਕਿਸੇ ਸਿਆਸੀ ਕਾਨਫਰੰਸ ਦੇ ਵਿੱਚ ਹਿੱਸਾ ਲੈਣ ਲਈ ਕਹਿਣਗੇ। ਮੁੱਖ ਮੰਤਰੀ ਨੇ ਮੈਨੂੰ ਰਾਜ ਸਭਾ ਦੇ ਵਿੱਚ ਪੰਜਾਬ ਦਾ ਮੁੱਦਾ ਉਠਾਉਣ ਦੇ ਲਈ ਕਿਹਾ। ਬਲਵੀਰ ਸਿੰਘ ਸੀਚੇਵਾਲ ਪਦਮ ਸ਼੍ਰੀ ਨਾਲ ਸਨਮਾਨਿਤ ਪ੍ਰਸਿੱਧ ਵਾਤਾਵਰਨ ਕਾਰਕੁਨ ਅਤੇ ਸਮਾਜਿਕ ਕਾਰਕੁਨ ਨੇ। ਉਹਨਾਂ ਨੂੰ ਸਤਲੁਜ ਅਤੇ ਬਿਆਸ ਦਰਿਆਵਾਂ ਦੀ 160 ਕਿਲੋਮੀਟਰ ਲੰਮੀ ਸਹਾਇਕ ਨਦੀ ਦੇ ਪੁਨਰ ਸੁਰਜੀਤ ਕਰਨ ਦੇ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਗਰੀਬਾਂ ਦੇ ਲਈ ਸਕੂਲ ਅਤੇ ਕਾਲਜ ਵੀ ਬਣਵਾਏ ਨੇ। ਸੀਚੇਵਾਲ ਨੂੰ ਸਾਰਕ ਵਾਤਾਵਰਨ ਪੁਰਸਕਾਰ ਮਿਲ ਚੁੱਕਿਆ ਅਤੇ ਦਲਾਈ ਲਾਮਾ ਦੇ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ। ਈਕੋ ਬਾਬਾ ਦੇ ਨਾਂ ਨਾਲ ਮਸ਼ਹੂਰ ਸੀਚੇਵਾਲ ਨੂੰ ਟਾਈਮ ਮੈਗਜ਼ੀਨ ਨੇ ਵਿਸ਼ਵ ਦੇ ਚੋਟੀ ਦੇ 30 ਵਾਤਾਵਰਨ ਨਾਇਕਾਂ ਵਿੱਚੋਂ ਇੱਕ ਸਮਝ ਕੇ ਸਨਮਾਨਿਤ ਕੀਤਾ ਹੈ। ਸਾਬਕਾ ਰਾਸ਼ਟਰਪਤੀ ਡਾਕਟਰ ਅਬਦੁਲ ਕਲਾਮ ਵੀ ਸੀਚੇਵਾਲ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੂੰ ਮਿਲਣ ਵਾਸਤੇ 2 ਵਾਰ ਉਹਨਾਂ ਦੇ ਪਿੰਡ ਦੇ ਵਿੱਚ ਵੀ ਗਏ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਦੋਂ ਪੰਜਾਬ ਦੇ ਵਿੱਚੋਂ ਰਾਜ ਸਭਾ ਮੈਂਬਰ ਚੁਣਨੇ ਆ ਤਾਂ ਫਿਰ ਪੰਜਾਬੀਅਤ ਨੂੰ ਅਤੇ ਪੰਜਾਬ ਦੇ ਅਸਲ ਹਾਲਾਤ ਨੂੰ ਸਮਝਣ ਵਾਲੇ ਹੀ ਚੁਣਨੇ ਚਾਹੀਦੇ ਆ। ਜਿਹੜੇ ਪਹਿਲੇ ਪੰਜੇ ਨਾ, ਜਿਹਦੇ ਵਿੱਚ ਰਾਘਵ ਚੱਡਾ ਵੀ ਹੈ, ਹਰਭਜਨ ਸਿੰਘ ਵੀ ਹੈ, ਜਿਹਦੇ ਵਿੱਚ ਹੋਰ ਵੀ 3 ਜਾਣੇ ਆ, ਉਹਨਾਂ ਸਾਰੇ ਨਾਵਾਂ ਦੇ ਉੱਤੇ ਕਿੰਤੂ ਉੱਠੀ ਵੀ ਜੇਕਰ ਪੰਜਾਬ ਦਾ ਮੁੱਦਾ ਇਹਨਾਂ ਨੇ ਰਾਜ ਸਭਾ 'ਚ ਚੁੱਕਣਾ ਹੋਵੇ ਤਾਂ ਕਿਹੜਾ ਮੁੱਦਾ ਚੁੱਕਣਗੇ। ਕੀ ਇਹ ਕਹਿਣਗੇ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਨਹੀਂ ਵੱਜਣ ਦੇਣਾ? ਕੀ ਇਹ ਕਹਿਣਗੇ ਵੀ ਚੰਡੀਗੜ੍ਹ ਪੰਜਾਬ ਦਾ ਹੋ ਕੇ ਰਹੂਗਾ? ਕੀ ਇਹਨਾਂ ਦੇ ਵੱਲੋਂ ਠੋਕ ਵਜਾ ਕੇ ਗੱਲਾਂ ਹੋਰ ਕੀਤੀਆਂ ਜਾਣਗੀਆਂ ਜਿਹੜੀਆਂ ਕਿ ਕਿਸੇ ਹੋਰ ਦੂਜੇ ਸੂਬੇ ਦੇ ਭਾਵੇਂ ਖਿਲਾਫ ਵੀ ਜਾਂਦੀਆਂ ਹੋਣ? ਉਹਨਾਂ ਨੇ ਗੱਲਾਂ ਗੋਲ ਮੋਲ ਕਰਨੀਆਂ ਅਤੇ ਉਹਨਾਂ ਦੀ ਕੋਈ ਸਰਗਰਮੀ ਅਸੀਂ ਦੇਖੀ ਨਹੀਂ। ਉਹ ਜਦੋਂ ਤੋਂ, ਹਾਲਾਂਕਿ ਭਾਵੇਂ ਬਹੁਤਾ ਸਮਾਂ ਨਹੀਂ ਹੋਇਆ, ਕੁਝ ਹਫ਼ਤੇ ਹੀ ਹੋਏ ਆ,
ਪਰ ਉਹਨਾਂ ਨੇ ਕੋਈ ਪੰਜਾਬ ਪੱਖੀ ਬਿਆਨ ਨਹੀਂ ਜਾਰੀ ਕੀਤਾ। ਕੰਮ ਕਰਨਾ ਤਾਂ ਦੂਰ ਦੀ ਗੱਲ ਹੈ। ਸੋ ਬੇਨਤੀ ਇਹ ਜੀ ਕਿ ਕੋਈ ਵੀ ਪਾਰਟੀ ਹੋਵੇ, ਕਿਸੇ ਵੀ ਸੂਬੇ 'ਚ ਰਾਜ ਸਭਾ ਦੇ ਮੈਂਬਰ ਚੁਣਨੇ ਹੋਣ, ਉਹ ਉਸ ਸੂਬੇ ਦੀ ਸਰਕਾਰ ਦੇ ਵੱਲੋਂ, ਉਸ ਸੂਬੇ ਦੀ ਸੰਬੰਧਿਤ ਪਾਰਟੀ ਦੇ ਵੱਲੋਂ ਚੰਗੇ ਤੇ ਲੋਕ ਪੱਖੀ ਚੁਣਨੇ ਚਾਹੀਦੇ ਆ। ਦੇਖੋ ਇਹਨਾਂ ਦੋਵਾਂ ਨਾਵਾਂ ਦੇ ਉੱਤੇ ਮੇਰਾ ਖਿਆਲ ਵੀ ਇੱਕ ਵੀ ਬੰਦੇ ਨੂੰ ਇਤਰਾਜ਼ ਨਹੀਂ ਹੋਇਆ ਹੋਣਾ। ਬਲਵੀਰ ਸਿੰਘ ਸੀਚੇਵਾਲ ਨੂੰ ਰਾਜ ਸਭਾ ਦੀ ਮੈਂਬਰੀ ਦੇਣਾ, ਇਹਦਾ ਮਤਲਬ ਇਹ ਵੀ ਰਾਜ ਸਭਾ ਦੀ ਮੈਂਬਰੀ ਦਾ ਕੱਦ ਵੱਡਾ ਕਰਨ ਵਾਲੀ ਗੱਲ ਹੈ। ਇਹ ਇੱਕ ਮਹਾਮਨੁੱਖ ਵਾਲੀ ਗੱਲ ਹੈ। ਉਧਰੋਂ ਵਿਕਰਮਜੀਤ ਸਿੰਘ ਸਾਹਨੀ ਦਾ ਵੀ ਬਹੁਤ ਵੱਡਾ ਨਾਂ, ਉਹਨਾਂ ਨੇ ਸੱਭਿਆਚਾਰਕ ਖੇਤਰ ਦੇ ਵਿੱਚ ਕਰੋਨਾ ਮਹਾਮਾਰੀ ਦੇ ਵੇਲੇ ਜਾਂ ਹੋਰ ਵੱਖ-ਵੱਖ ਕੰਮਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਸੋ ਇਸ ਤਰੀਕੇ ਦੇ ਫੈਸਲੇ ਹੁੰਦੇ ਰਹਿਣੇ ਚਾਹੀਦੇ ਆ, ਜਿਹਦੇ ਕਰਕੇ ਬਾਕੀ ਵਿਰੋਧੀ ਪਾਰਟੀਆਂ ਨੂੰ ਵੀ ਇਸ ਗੱਲ ਦੀ ਸਮਝ ਆਵੇ ਵੀ ਜਦੋਂ ਸਾਡੇ ਕੋਲੇ ਓਨੀ ਗਿਣਤੀ ਦੇ ਵਿੱਚ ਵਿਧਾਇਕ ਹੋਏ, ਜਦੋਂ 1 2 ਜਾਂ 3 ਰਾਜ ਸਭਾ ਦੇ ਮੈਂਬਰ ਅਸੀਂ ਭੇਜ ਸਕਦੇ ਹਾਂ ਦਿੱਲੀ ਦੇ ਵੱਲ, ਤਾਂ ਅਸੀਂ ਵੀ ਇੱਦਾਂ ਦੇ ਚੁਣਨੇ ਆ। ਸੋ ਇਹ ਚੋਣ ਬਹੁਤ ਵਧੀਆ। ਤੇ ਬਲਵੀਰ ਸਿੰਘ ਸੀਚੇਵਾਲ ਦਾ ਇਹ ਕਹਿਣਾ ਕਿ ਭਾਈ ਮੈਂ ਰਾਜਨੀਤੀ ਸਰਗਰਮ ਤੋਂ ਦੂਰ ਰਹਿਣਾ, ਮੈਂ ਕਿਤੇ ਪ੍ਰਚਾਰ ਕਰ ਨਹੀਂ ਜਾਣਾ, ਇਹ ਨਹੀਂ ਵੀ ਤੁਸੀਂ ਮੈਨੂੰ ਰਾਜ ਸਭਾ ਦੀ ਮੈਂਬਰੀ ਦਿੱਤੀ ਜਿੱਥੇ ਮਰਜ਼ੀ ਉਂਗਲ ਫੜ ਕੇ ਤੁਰ ਪਏ, ਬਾਬਾ ਜੀ ਹੁਣ ਇੱਥੇ ਆ ਕਹੋ, ਬਾਬਾ ਜੀ ਹੁਣ ਇੱਥੇ ਆ ਕਹੋ। ਉਹ ਕਹਿੰਦੇ ਵੀ ਮੈਂ ਇਹ ਕੰਮ ਨਹੀਂ ਕਰਨਾ, ਮੈਂ ਸਿਰਫ ਤੇ ਸਿਰਫ ਵਾਤਾਵਰਨ ਦੀ ਗੱਲ ਕਰਨੀ ਆ। ਰਾਜ ਸਭਾ ਦੇ ਵਿੱਚ ਜਾ ਕੇ ਮੈਂ ਸਿਰਫ ਇਹੀ ਗੱਲਾਂ ਕਰਿਆ ਕਰੂੰ। ਸਾਡੇ ਪੰਜਾਬ ਦੇ ਲੋਕਾਂ ਨੇ ਇੱਕ ਹਿੱਸੇ ਦੀ ਆਦਤ ਹੈ ਕਿ ਅਸੀਂ ਸੱਚਾਈ ਜਾਣੇ ਤੋਂ ਬਿਨਾਂ ਅੱਗੇ ਤੋਂ ਅੱਗੇ ਫੇਸਬੁੱਕ ਤੇ ਵਟਸਐਪ ਦੇ ਉੱਤੇ ਕੋਈ ਨਾ ਕੋਈ ਚੀਜ਼ ਪਾਉਂਦੇ ਰਹਿੰਦੇ ਆ। ਸਾਡਾ ਇਸ ਗੱਲ ਨਾਲ ਕੋਈ ਤਲਕ ਨਹੀਂ ਹੁੰਦਾ ਵੀ ਇਹਦੇ ਵਿੱਚ ਕਿੰਨਾ ਕੁ ਸੱਚ ਆ, ਕਿੰਨਾ ਕੁ ਝੂਠ ਆ। ਜਿਹੜੀ ਚੀਜ਼ ਮੇਰੇ ਕੋਲੇ ਆਈ ਮੈਂ 100 ਗਰੁੱਪ 'ਚ ਪਾ ਦੇਣੀ ਆ, ਜਿਹੜੀ ਚੀਜ਼ ਤੁਹਾਡੇ ਕੋਲੇ ਆਈ ਤੁਸੀਂ ਪਾ ਦੇਣੀ ਆ। ਪਰ ਮੈਂ ਹਮੇਸ਼ਾ ਇਸ ਥਾਂ ਦੇ ਉੱਤੇ ਬੈਠ ਕੇ ਬੇਨਤੀ ਕੀਤੀ ਹੈ ਵੀ ਜਿੰਨੀ ਦੇਰ ਤੱਕ ਤੁਹਾਡੇ ਕੋਲੇ ਸੰਬੰਧਿਤ ਖਬਰ ਦੇ ਬਾਰੇ ਪੂਰੇ ਤੱਥ ਨਾ ਹੋਣ, ਜਿੰਨੀ ਦੇਰ ਤੱਕ ਤੁਹਾਡੇ ਕੋਲੇ ਪੂਰੇ ਸਬੂਤ ਨਾ ਹੋਣ, ਉਨੀ ਦੇਰ ਤੱਕ ਤਮਾਸ਼ਬੀਨ ਬਣਦਿਆਂ ਉਸ ਖਬਰ ਨੂੰ ਅੱਗੇ ਸਵਾਦ ਲੈਣ ਦੇ ਚੱਕਰ ਦੇ ਵਿੱਚ ਭੇਜਿਆ ਨਾ ਕਰੋ। ਇਹ ਸਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਤਹਿਜ਼ੀਬ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਿਵੇਂ ਕਰਨੀ ਆ। ਹੁਣ ਫਾਜ਼ਿਲਕਾ ਖੇਤਰ ਦਾ ਰਹਿਣ ਵਾਲਾ ਇੱਕ ਗੋਲਡੀ ਬਰਾੜ ਦਾ ਨੌਜਵਾਨ, ਉਹਨੇ ਸਾਹਮਣੇ ਆ ਕੇ ਗੱਲ ਕਹੀ ਹੈ ਜੀ ਕਿ ਪਿਛਲੇ ਕਈ ਘੰਟਿਆਂ ਤੋਂ ਮੇਰੀ ਫੋਟੋ ਵਾਇਰਲ ਕੀਤੀ ਜਾ ਰਹੀ ਹੈ ਕਿ ਇਹ ਉਹ ਗੋਲਡੀ ਬਰਾੜ ਆ ਜਿਹਦੇ ਵੱਲੋਂ ਕਿ ਕਤਲ ਕਰਵਾਇਆ ਗਿਆ ਸਿੱਧੂ ਮੂਸੇਵਾਲਾ ਦਾ। ਕਿਉਂਕਿ ਇਸ ਮਾਮਲੇ ਦੇ ਵਿੱਚ ਗੋਲਡੀ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਆ, ਗੋਲਡੀ ਬਰਾੜ ਦੇ ਵੱਲੋਂ, ਕਿ ਹਾਂ ਅਸੀਂ ਇਹ ਕੁਝ ਕਰਵਾਇਆ। ਪਰ ਇਹ ਉਹ ਗੋਲਡੀ ਨਹੀਂ ਜਿਹੜਾ ਅਸੀਂ ਬਸ ਕਾਹਲੀ ਕਾਹਲੀ ਦੇ ਵਿੱਚ ਫੋਟੋ ਅੱਗੇ ਭੇਜਤੀ, ਆਹ ਲਿਖਤਾ ਉਹ ਲਿਖਤਾ, ਐਂ ਕਰਤਾ ਆਹ ਕਰਤਾ। ਥੋੜ੍ਹਾ ਜਿਹਾ ਬੰਦੇ ਦਾ ਵਿਚਾਰ ਰੱਖਿਆ ਕਰੋ, ਥੋੜ੍ਹਾ ਜਿਹਾ ਸੋਚ ਸਮਝ ਕੇ ਆਪਾਂ ਨੂੰ ਟਿੱਪਣੀ ਕਰਨੀ ਚਾਹੀਦੀ ਹੈ। ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਸਾਡੀ ਇੱਕ ਟਿੱਪਣੀ ਦੇ ਨਾਲ ਦੂਜੇ ਦਾ ਕਿੰਨਾ ਨੁਕਸਾਨ ਹੁੰਦਾ। ਉਹਦੀ ਕਿਰਦਾਰ ਕੁਸ਼ੀ ਕਰਕੇ ਰੱਖ ਦਿੰਦੇ ਹਾਂ। ਅਸੀਂ ਕਿਸੇ ਬਾਰੇ ਕੁਝ ਵੀ ਝੱਲ ਵਲੱਲਾ ਬੋਲਦੇ ਹਾਂ। ਅਸੀਂ ਇਸ ਗੱਲ ਨੂੰ ਆਪਣਾ ਹੱਕ ਸਮਝ ਕੇ ਬੈਠੇ ਆ। ਜਿਹੜੇ ਲੋਕ ਸੋਸ਼ਲ ਮੀਡੀਆ ਪਲੇਟਫਾਰਮ ਦੀ ਸੁਚੱਜੀ ਵਰਤੋਂ ਕਰਦੇ ਆ, ਉਹਨਾਂ ਨੂੰ ਸਲਾਮ ਆ, ਤੇ ਜਿਨ੍ਹਾਂ ਨੂੰ ਅਕਲ ਨਹੀਂ ਆਈ ਉਹਨਾਂ ਨੂੰ ਹੁਣ ਮੈਂ ਕੀ ਕਹਾਂ ਤੇ ਕੀ ਨਾ ਕਹਾਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਫਾਜ਼ਿਲਕਾ ਦਾ ਰਹਿਣ ਵਾਲਾ ਗੋਲਡੀ ਬਰਾੜ ਕਾਫੀ ਪਰੇਸ਼ਾਨ ਹੈ। ਉਸ ਦੀ ਫੋਟੋ ਗੋਲਡੀ ਬਰਾੜ ਦੇ ਨਾਂ ਨਾਲ ਵਾਇਰਲ ਕੀਤੀ ਗਈ ਹੈ, ਜਿਸ ਵਿੱਚ ਉਹ ਸੀਐਮ ਭਗਵੰਤ ਮਾਨ ਦੇ ਨਾਲ ਬੈਠਾ ਨਜ਼ਰ ਆ ਰਿਹਾ। ਗੋਲਡੀ ਬਰਾੜ ਵੱਲੋਂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਹੀ ਇਸ ਫੋਟੋ ਨੂੰ ਧੜਾਧੜ ਸ਼ੇਅਰ ਕੀਤਾ ਜਾਣ ਲੱਗਾ, ਜਿਸ ਤੋਂ ਬਾਅਦ ਗੋਲਡੀ ਨੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਸਫਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਮੈਂ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਦੇ ਪਿੰਡ ਜੰਡਵਾਲਾ ਦਾ ਰਹਿਣ ਵਾਲਾ ਹਾਂ। ਸਿੱਧੂ ਮੂਸੇਵਾਲਾ ਦੀ ਘਟਨਾ ਦਾ ਮੈਨੂੰ ਬੇਹੱਦ ਦੁੱਖ ਹੈ, ਜਿਸ ਤੋਂ ਬਾਅਦ ਮੇਰੀ ਭਗਵੰਤ ਮਾਨ ਦੇ ਨਾਲ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਪਾਈ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਤੱਤ ਉਹਨਾਂ ਨੂੰ ਬਦਨਾਮ ਕਰ ਰਹੇ ਨੇ। ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਗਈ ਹੈ ਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ। ਸਿੱਧੂ ਮੂਸੇਵਾਲਾ ਦਾ ਆਪਾਂ ਜਾਣਦੇ ਕਤਲ ਕਰ ਦਿੱਤਾ ਗਿਆ। ਕੈਨੇਡਾ ਦੇ ਵਿੱਚ ਬੈਠੇ ਗੋਲਡੀ ਬਰਾੜ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਗੋਲਡੀ ਬਰਾੜ ਨੇ ਇਹ ਗੱਲ ਕਹੀ ਹੈ, ਜੋ ਕਿ ਫਾਜ਼ਿਲਕਾ ਦਾ ਰਹਿਣ ਵਾਲਾ, ਕਿ ਮੈਂ ਉਹ ਗੋਲਡੀ ਨਹੀਂ ਜਿਸ ਨੂੰ ਕਿ ਲਗਾਤਾਰ ਪ੍ਰਚਾਰਿਆ ਜਾ ਰਿਹਾ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਸਾਡੀ ਕਾਹਲੀ ਦੇ ਚੱਕਰ ਦੇ ਵਿੱਚ, ਸਾਡੇ ਵਿਊ ਲਾਈਕ ਤੇ ਕਮੈਂਟ ਦੇ ਚੱਕਰ ਦੇ ਵਿੱਚ ਕਿਸੇ ਦਾ ਕਿੰਨਾ ਵੱਡਾ ਨੁਕਸਾਨ ਹੋ ਰਿਹਾ। ਉਹ ਬੰਦੇ ਦੀ ਜ਼ਿੰਦਗੀ ਦਾਅ ਦੇ ਉੱਤੇ ਲੱਗ ਰਹੀ ਆ। ਉਹ ਬੰਦਾ ਬਿਲਕੁਲ ਬਰਬਾਦ ਹੋ ਸਕਦਾ। ਅਸੀਂ ਤਾਂ ਤਮਾਸ਼ਾ ਬਣਾ ਲਿਆ, ਫੜ ਲਿਆ ਓਏ ਫੜ ਲਿਆ, ਪਤਾ ਲੱਗ ਗਿਆ, ਇਹਨੇ ਕੀਤਾ। ਸਾਨੂੰ ਪਤਾ ਤਾਂ ਵਿਚਲੀ ਗੱਲ ਦਾ ਹੈ ਹੀ ਨਹੀਂ। ਨਾ ਸਾਡੇ ਕੋਲ ਇੰਨਾ ਸਮਾਂ ਹੁੰਦਾ, ਨਾ ਅਸੀਂ ਕਦੇ ਸਮਾਂ ਕੱਢਣਾ ਇਸ ਗੱਲ ਦੇ ਲਈ ਵੀ ਭਾਈ ਅਸੀਂ ਵਿਚਲੀ ਗੱਲ ਲੱਭ ਕੇ ਲੈ ਗਏ। ਉਹਦੇ ਲਈ ਸਮਾਂ ਖਰਚਣਾ ਪਊਗਾ, ਉਹਦੇ ਲਈ ਦਿਮਾਗ ਖਰਚਣਾ ਪਊਗਾ, ਉਹਦੀ ਵਰਤੋਂ ਅਸੀਂ ਕਰਨੀ ਨਹੀਂ। ਇਸ ਕਰਕੇ ਅਸੀਂ ਇੱਦਾਂ ਦੀਆਂ ਪੇਤਲੀਆਂ ਗੱਲਾਂ ਕਰਦੇ ਹਾਂ ਜਿਹੜੀਆਂ ਕਿਸੇ ਦੇ ਵੀ ਖਿਲਾਫ ਜਾਂਦੀਆਂ। ਸੋ ਬੇਨਤੀ ਮੇਰੀ ਇਹੀ ਹੈ ਵੀ ਭਾਈ ਇਹ ਉਹ ਗੋਲਡੀ ਨਹੀਂ ਜਿਵੇਂ ਕਿ ਉਹਨੇ ਕਿਹਾ, ਤੇ ਇਸ ਗੱਲ ਨੂੰ ਪ੍ਰਚਾਰਨਾ ਬੰਦ ਕੀਤਾ ਜਾਵੇ। ਤੇ ਅਗਲੀ ਗੱਲ ਇਹ ਹੈ ਕਿ ਭਵਿੱਖ ਦੇ ਵਿੱਚ ਵੀ ਕਿਸੇ ਦੇ ਬਾਰੇ ਵੀ ਅਸੀਂ ਕੁਝ ਊਲ ਜਲੂਲ ਲਿਖਦੇ ਹਾਂ, ਥੋੜ੍ਹਾ ਜਿਹਾ ਸੋਚਿਆ ਜਾਵੇ ਕਿ ਜੋ ਅਸੀਂ ਸ਼ਬਦ ਵਰਤ ਰਹੇ ਹਾਂ, ਜੇਕਰ ਇਹ ਸ਼ਬਦ ਸਾਡੇ ਲਈ ਵਰਤੇ ਜਾਣ ਤਾਂ ਫਿਰ ਅਸੀਂ ਖੁਸ਼ ਹੋਵਾਂਗੇ ਕਿ ਫਿਰ ਸਾਨੂੰ ਬੁਰਾ ਲੱਗੂਗਾ। ਸੋ ਜੇਕਰ ਸਾਨੂੰ ਮਾੜਾ ਲੱਗੂਗਾ ਤਾਂ ਫਿਰ ਉਹਨੂੰ ਵੀ ਲੱਗਦਾ ਹੋਣਾ ਮਾੜਾ ਜਿਹਦੇ ਬਾਰੇ ਅਸੀਂ ਇਹ ਕੁਝ ਲਿਖ ਰਹੇ ਹਾਂ, ਬੋਲ ਰਹੇ ਹਾਂ, ਫੋਟੋ ਪਾ ਰਹੇ ਹਾਂ। ਸੋ ਸੋਚ ਸਮਝ ਕੇ ਇਸ ਮੀਡੀਆ ਦੀ ਵਰਤੋਂ ਕੀਤੀ ਜਾਵੇ। ਇਹ ਮੀਡੀਆ ਵਰਦਾਨ ਵੀ ਹੈ, ਇਹ ਸਰਾਪ ਵੀ ਹੈ। ਇਹਨੂੰ ਵਰਦਾਨ ਵਾਲੇ ਪਾਸੇ ਰੱਖਣਾ ਕਿ ਸਰਾਪ ਵਾਲੇ ਪਾਸੇ
ਇਹ ਸਾਡੇ ਉੱਤੇ ਨਿਰਭਰ ਕਰਦੀ ਗੱਲ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।